ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 28ਵੇਂ ਵਿੱਚ ਅੱਜ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਛੱਡਣ ਦੀਆਂ ਸਲਾਹਾਂ ਅਤੇ ਬੇਦਾਵਾ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸਿੰਘਾਂ ਤੋਂ ਵੱਡੀ ਭੁੱਖ ਦਾ ਦੁੱਖ ਬਰਦਾਸ਼ਤ ਨਹੀਂ ਸੀ ਹੁੰਦਾ। ਕਿਤੇ ਵੀ ਅਨਾਜ ਦਿਖਾਈ ਨਹੀਂ ਸੀ ਦਿੰਦਾ। ਘਾਟਾਂ ਦੇ ਰਾਹਾਂ ਦੀ ਸਖਤ ਤਕੜਾਈ ਹੋ ਗਈ ਸੀ। ਤੁਰਕ ਅਤੇ ਪਹਾੜੀ ਰਾਜੇ ਬੜੀ ਸਾਵਧਾਨੀ ਵਰਤ ਰਹੇ ਸਨ। ਜਦ ਕਈ ਦਿਨ ਇਸ ਪ੍ਰਕਾਰ ਬੀਤ ਗਏ, ਫਿਰ ਔਰੰਗੇ ਦੀ ਚਿੱਠੀ ਆਈ, ਜਿਸ ਵਿੱਚ ਕੁਰਾਨ ਆਦਿ ਦੀ ਕਸਮ ਖਾਧੀ ਸੀ, ਤੁਹਾਡਾ ਅਸੀਂ ਕਦੀ ਵੀ ਬੁਰਾ ਨਹੀਂ ਚਿਤਵਦੇ ਹਾਂ। ਜੇ ਕਿਸੇ ਤਰ੍ਹਾਂ ਵੀ ਤੁਹਾਡਾ ਬੁਰਾ ਤੱਕੀਏ ਤਾਂ ਦਰਗਾਹ ਵਿੱਚ ਅਸੀਂ ਟਿਕਾਣਾ ਨਾ ਪਾਈਏ। ਇਸ ਸਾਡੇ ਲਿਖੇ ਹੋਏ ਨੂੰ ਸੱਚ ਜਾਣੋ। ਹੁਣ ਸੰਗਰਾਮ ਦਾ ਅਖਾੜਾ ਛੱਡ ਦਿਓ। ਸਾਡੇ ਵੱਲ ਚੱਲ ਕੇ ਆਓ। ਮੇਲ ਕਰਕੇ ਸਦਾ ਪ੍ਰਸੰਨ ਰਹੋ। ਜੇ ਇੱਧਰ ਆਉਣਾ ਚਾਹੁੰਦੇ ਨਹੀਂ ਤਾਂ ਆਪਣੇ ਮਨ ਦੀ ਮਰਜ਼ੀ ਅਨੁਸਾਰ ਜੱਗ ਵਿੱਚ ਫਿਰੋ। ਇੱਕ ਵਾਰ ਕਿਲ੍ਹਾ 'ਤੇ ਲੜਾਈ ਛੱਡ ਦਿਓ। ਇਹ ਮੰਨੋਗੇ ਤਦ ਹੀ ਸਾਡਾ ਤੁਹਾਡਾ ਮੇਲ ਸੰਭਵ ਹੋਵੇਗਾ। ਇਹ ਸੁਣ ਕੇ ਗੁਰੂ ਜੀ ਨੇ ਕਿਹਾ, ਤੁਹਾਡੇ ਪਾਸ ਸੱਚ ਨਹੀਂ ਹੈ। ਤੁਸੀਂ ਕਰਦੇ ਹੋਰ ਹੋ ਅਤੇ ਤੁਹਾਡਾ ਮੂੰਹ ਕੁਝ ਹੋਰ ਕਹਿੰਦਾ ਹੈ। ਫਿਰ ਨੌਰੰਗੇ ਨੂੰ ਲਿਖ ਕੇ ਭੇਜਿਆ। ਸੁਣ ਕੇ ਫਿਰ ਲਿਖ ਕੇ ਪਹੁੰਚਾਇਆ। ਭਲੀ ਪ੍ਰਕਾਰ ਵਕੀਲ ਪਰਵਾਨਾ ਲਿਆਇਆ। ਸਾਰੇ ਪਹਾੜੀ ਰਾਜੇ ਇੱਕ ਥਾਂ ਇਕੱਠੇ ਕੀਤੇ। ਸਲਾਹ ਕਰਕੇ ਸਾਰਿਆਂ ਨੂੰ ਸਹੁੰ ਪਵਾਈ। ਰਾਜਿਆਂ ਦੇ ਸਾਰੇ ਵਕੀਲ ਇਕੱਠੇ ਹੋਏ। ਜਿਹੜੇ ਪਹਿਲਾਂ ਲੁੱਟਣ ਗਏ ਸਨ, ਉਹਨਾਂ ਨੂੰ ਰਾਜਿਆਂ ਨੇ ਸਜ਼ਾਵਾਂ ਦਿੱਤੀਆਂ। ਸਾਰੇ ਲੁਟੇਰੇ ਸ਼ਰਮਿੰਦੇ ਹੋਏ। ਧਨ ਲੈਣ ਦੀ ਗਲਤੀ ਉਹਨਾਂ ਨੇ ਵੇਖ ਲਈ ਸੀ। ਸ਼ਾਹੀ ਦੂਤ ਰਾਜਿਆਂ ਦੇ ਦੂਤ ਨੂੰ ਨਾਲ ਲੈ ਕੇ ਸੁਲ੍ਹਾ ਕਰਨ ਵਾਸਤੇ ਕਿਲ੍ਹੇ ਦੇ ਅੰਦਰ ਦਾਖਲ ਹੋਏ। ਜਿੱਥੇ ਸਤਿਗੁਰੂ ਜੀ ਬੈਠੇ ਸਨ ਉੱਥੇ ਆਏ। ਸਾਰਿਆਂ ਨੇ ਹੱਥ ਜੋੜ ਕੇ ਸਿਰ ਨਿਵਾਏ। ਪਾਸ ਬੈਠ ਕੇ ਆਪਣੇ ਕਾਰਜ ਬਾਰੇ ਕਿਹਾ, ਹੇ ਗੁਰੂ ਗਰੀਬ ਨਿਵਾਜ ਜੀ, ਸੁਣੋ। ਪਰਵਾਨਾ ਬਾਦਸ਼ਾਹ ਨੇ ਲਿਖ ਕੇ ਭੇਜਿਆ ਹੈ। ਮੈਂ ਲੈ ਕੇ ਉੱਥੋਂ ਚੱਲ ਕੇ ਆਇਆ ਹਾਂ। ਬਾਦਸ਼ਾਹ ਨੇ ਚਿੱਤ ਵਿੱਚ ਹਿੱਤ ਕਰਕੇ ਕਿਹਾ ਹੈ, ਉਹ ਆਪ ਜੀ ਨਾਲ ਮਿਲਣਾ ਚਾਹੁੰਦੇ ਹਨ। ਉੱਧਰ ਮੁਹਿੰਮ ਕਰਕੇ ਅਟਕਿਆ ਹੈ, ਨਹੀਂ ਤਾਂ ਇੱਧਰ ਆ ਕੇ ਹਾਜ਼ਰ ਹੁੰਦਾ। ਮੇਰੇ ਨਾਲ ਜ਼ੁਬਾਨੀ ਗੱਲਾਂ ਕੀਤੀਆਂ ਹਨ। ਉਹ ਪਰਵਰਦਿਗਾਰ ਦੇ ਮਿਲਾਪ ਦੀ ਗੱਲ ਜਾਣਨੀ ਚਾਹੁੰਦੇ ਹਨ। ਬਾਦਸ਼ਾਹ ਦੇ ਪਾਸ ਤੁਹਾਡੀ ਤਾਰੀਫ ਬਹੁਤ ਲੋਕਾਂ ਨੇ ਸਭ ਰੀਤਿਆਂ ਨਾਲ ਉਚਾਰਨ ਕੀਤੀ ਹੈ। ਕਹਿੰਦੇ ਹਨ ਕਿ ਬਲੀ ਬਹਾਦਰ ਪੀਰਾਂ ਦੇ ਪੀਰ ਹਨ। ਮਾਨੋ ਖੁਦਾ ਨੇ ਆਪ ਸਰੀਰ ਧਾਰਨ ਕੀਤਾ ਹੈ। ਕਾਜ਼ੀ ਅਤੇ ਬਹੁਤ ਉਮਰਾਵ ਆਪ ਜੀ ਦਾ ਸ੍ਰੇਸ਼ਟ ਜਸ ਕਰਦੇ ਹਨ। ਸੁਣ ਕੇ ਬਾਦਸ਼ਾਹ ਦੀ ਵੱਡੀ ਅਭਿਲਾਸ਼ਾ ਵਧੀ ਹੈ। ਇਸ ਕਰਕੇ ਮੈਨੂੰ ਤੁਹਾਡੇ ਪਾਸ ਭੇਜਿਆ ਹੈ। ਬਾਦਸ਼ਾਹ ਨੇ ਇਹ ਚਿੱਠੀ ਆਪਣੇ ਹੱਥਾਂ ਨਾਲ ਲਿਖ ਕੇ ਦਿੱਤੀ ਹੈ। ਇਹ ਜਿਹੜੇ ਥੋੜ੍ਹੇ ਲਫ਼ਜ਼ ਹਨ, ਪਹਿਚਾਣ ਲਓ। ਖੁਦਾ ਦੀ ਕਸਮ ਪਾ ਕੇ ਵਾਅਦਾ ਕੀਤਾ ਹੈ ਅਤੇ ਮੁਹੰਮਦ ਦੀ ਸਹੁੰ ਖਾਧੀ ਹੈ। ਜਿਵੇਂ ਵੀ ਆਪ ਜੀ ਦਾ ਮਨ ਵਿਸ਼ਵਾਸ ਕਰੇ ਉਸ ਪ੍ਰਕਾਰ ਤੁਸੀਂ ਚੱਲੋ। ਕੋਈ ਵੀ ਰੋਕੇਗਾ ਨਹੀਂ। ਜੇ ਬਾਦਸ਼ਾਹ ਦਾ ਹੀ ਅਜਿਹਾ ਆਸ਼ਾ ਹੈ, ਫਿਰ ਹੋਰ ਕੋਈ ਕਿਵੇਂ ਰੋਕ ਸਕਦਾ ਹੈ। ਸਾਰੇ ਰਾਜਿਆਂ ਨੇ ਸਹੁੰ ਚੁੱਕ ਕੇ ਆਪ ਜੀ ਦੇ ਪਾਸ ਮੰਤਰੀ ਭੇਜੇ ਹਨ। ਠਾਕਰ ਅਤੇ ਗਊ ਦੀ ਸਹੁੰ ਚੁੱਕੀ ਹੈ। ਜੰਗ ਛੱਡੋ, ਇਸ ਗੱਲ ਨੂੰ ਚੰਗਾ ਸਮਝੋ। ਫਿਰ ਪੰਮਾ ਹੱਥ ਜੋੜ ਕੇ ਬੋਲਿਆ, ਹੇ ਸਤਿਗੁਰੂ ਜੀ, ਸਾਰੇ ਤੁਹਾਡੇ ਅੱਗੇ ਝੁਕਦੇ ਹਨ। ਪਹਿਲਾਂ ਵਾਲੀ ਗੱਲ ਨਾ ਵਿਚਾਰੋ, ਜਿਹੜਾ ਅਚਾਨਕ ਹੀ ਕੀਤੇ ਹੋਏ ਕਾਰਜ ਨੂੰ ਵਿਗਾੜ ਦਿੱਤਾ ਸੀ। ਕਿਸੇ ਰਾਜੇ ਦੀ ਵੀ ਬਲਦਾਂ ਨੂੰ ਲੁੱਟਣ ਦੀ ਸਲਾਹ ਨਹੀਂ ਸੀ। ਕੁਝ ਲੁਟੇਰੇ ਬਲਦਾਂ ਨੂੰ ਲੁੱਟਣ ਪੈ ਗਏ ਸਨ। ਸਾਬਤ ਕਰਕੇ ਸਾਰੇ ਲੁਟੇਰੇ ਹੀ ਫੜ ਲਏ ਹਨ। ਉਹਨਾਂ ਨੂੰ ਬਹੁਤ ਮਾਰਿਆ ਅਤੇ ਬਹੁਤ ਲੁਟੇਰੇ ਕੈਦ ਕਰ ਲਏ ਹਨ। ਹੁਣ ਸਾਰਿਆਂ ਵਿੱਚ ਵੱਡਾ ਡਰ ਪੈ ਗਿਆ ਹੈ। ਤੁਹਾਡੇ ਵੱਲ ਕੋਈ ਵੇਖੇਗਾ ਵੀ ਨਹੀਂ। ਇੱਕ ਵਾਰ ਕਿਲ੍ਹਾ ਛੱਡ ਕੇ ਚਲੇ ਜਾਓ। ਫਿਰ ਜਿੱਥੇ ਤੁਹਾਡੀ ਮਰਜ਼ੀ ਹੈ ਉੱਥੇ ਚਲੇ ਜਾਣਾ। ਇਸ ਪ੍ਰਕਾਰ ਦੂਤਾਂ ਨੇ ਵਚਨ ਕੀਤੇ, ਜਿਵੇਂ ਸੋਨੇ ਦੇ ਘੜੇ ਵਿੱਚ ਜ਼ਹਿਰ ਹੋਵੇ। ਸਾਰੀਆਂ ਚਾਪਲੂਸੀ ਦੀਆਂ ਗੱਲਾਂ ਕੀਤੀਆਂ। ਗੁਰੂ ਜੀ ਦੇ ਹਿਰਦੇ ਵਿੱਚ ਸਭ ਪਹਿਲਾਂ ਹੀ ਪ੍ਰਗਟ ਸਨ। ਸਾਰਿਆਂ ਪਾਸੋਂ ਸੁਣ ਕੇ ਸਤਿਗੁਰੂ ਜੀ ਨੇ ਕਿਹਾ, ਇਹ ਸਾਰੀਆਂ ਗੱਲਾਂ ਝੂਠੀਆਂ ਹਨ। ਤੁਸੀਂ ਠੱਗੀ ਕਰਦੇ ਹੋ। ਰਾਜ ਤੇਜ ਵਾਸਤੇ ਦਾਅ ਲਾਉਂਦੇ ਹੋ। ਜਿਵੇਂ ਪਹਿਲਾਂ ਸਹੁੰ ਚੁੱਕੀ ਸੀ, ਫਿਰ ਧਰਮ ਈਮਾਨ ਛੱਡ ਦਿੱਤਾ ਸੀ। ਆਪ ਹੀ ਪਹਿਲਾਂ ਲੁਟੇਰੇ ਬਣਾਏ ਸਨ। ਨਰਕ ਸਹੇੜ ਕੇ ਤੁਸੀਂ ਵੱਡਾ ਦੁੱਖ ਪਾਓਗੇ। ਇਸ ਪ੍ਰਕਾਰ ਹੀ ਤੁਸੀਂ ਰਾਜ ਤੇਜ ਹਾਰ ਜਾਓਗੇ। ਜਗਤ ਵਿੱਚੋਂ ਤੁਹਾਡਾ ਇੱਕ ਵਾਰ ਸਫਾਇਆ ਹੋ ਜਾਏਗਾ। ਇਹ ਕਹਿ ਕੇ ਸਤਿਗੁਰੂ ਜੀ ਚੁੱਪ ਕਰ ਗਏ। ਸਾਰੇ ਦੂਤ ਕਹਿ ਕੇ ਹਾਰ ਗਏ।
ਮਾਤਾ ਗੁਜਰੀ ਜੀ ਦੇ ਪਾਸ ਫਿਰ ਖਬਰ ਪਹੁੰਚੀ, ਦੂਤਾਂ ਨੇ ਜਿਹੜੀ ਗੱਲ ਕਹੀ ਸੀ ਉਹ ਮੰਨੀ ਨਹੀਂ ਹੈ। ਸਤਿਗੁਰੂ ਜੀ ਨੇ ਉਹਨਾਂ ਨਾਲ ਬੜੇ ਕ੍ਰੋਧ ਭਰੇ ਬਚਨ ਕੀਤੇ ਹਨ। ਇਹ ਸੁਣ ਕੇ ਮਾਤਾ ਜੀ ਨੇ ਦੂਤਾਂ ਨੂੰ ਆਪਣੇ ਪਾਸ ਬੁਲਾਇਆ ਅਤੇ ਸਾਰੇ ਮਾਤਾ ਜੀ ਦੇ ਪਾਸ ਚਲੇ ਗਏ। ਬਾਦਸ਼ਾਹ ਅਤੇ ਰਾਜਿਆਂ ਵੱਲੋਂ ਕਹੀ ਹੋਈ ਗੱਲ ਕਹਿਣ ਲੱਗੇ। ਦੂਤਾਂ ਨੇ ਫਿਰ ਸਾਰੀ ਗੱਲ ਮਾਤਾ ਜੀ ਨੂੰ ਸੁਣਾਈ। ਇਹ ਸੁਣ ਕੇ ਮਾਤਾ ਜੀ ਹਿਰਦੇ ਵਿੱਚ ਬਹੁਤ ਹੈਰਾਨ ਹੋਏ। ਇਹ ਸਹੁੰ ਇਹਨਾਂ ਨੇ ਸੱਚੀ ਖਾਧੀ ਹੈ। ਸਾਰੇ ਸਿੰਘ ਅਤੇ ਮਾਤਾ ਜੀ ਗੁਰੂ ਜੀ ਨੂੰ ਮਿਲੇ, ਨਗਰ ਵਿੱਚੋਂ ਨਿਕਲਣਾ ਭਲਾ ਮੰਨਿਆ। ਜਿਵੇਂ ਕਿਵੇਂ ਕਹਿ ਕੇ ਗੁਰੂ ਜੀ ਨੂੰ ਨਗਰ ਵਿੱਚੋਂ ਕੱਢੋ, ਤਦ ਸਭ ਜੰਗ ਦੇ ਅਖਾੜੇ ਖਤਮ ਹੋ ਜਾਣਗੇ। ਫਿਰ ਉਹਨਾਂ ਨੇ ਆ ਕੇ ਗੁਰੂ ਜੀ ਦੇ ਪਾਸ ਕਿਹਾ, ਹੁਣ ਇਸ ਨਗਰ ਨੂੰ ਤੁਰੰਤ ਛੱਡ ਦਿਓ। ਅਸੀਂ ਭੁੱਖ ਦਾ ਕਸ਼ਟ ਬਹੁਤ ਬਰਦਾਸ਼ਤ ਕੀਤਾ ਹੈ ਅਤੇ ਲਾਚਾਰ ਹੋ ਕੇ ਤੁਹਾਡੇ ਪਾਸ ਉਚਾਰਨ ਕੀਤਾ ਹੈ। ਭੁੱਖ ਨਾਲ ਸਾਡੇ ਪ੍ਰਾਣ ਨਿਕਲਣਾ ਚਾਹੁੰਦੇ ਹਨ। ਅਸੀਂ ਕਿਵੇਂ ਧੀਰਜ ਧਾਰ ਕੇ ਰੱਖੀਏ। ਮਾਤਾ ਜੀ ਨੇ ਵੀ ਗੁਰੂ ਜੀ ਨੂੰ ਬਹੁਤ ਸਮਝਾਇਆ ਅਤੇ ਕਿਹਾ, ਜੇ ਇਹ ਗੱਲ ਨਹੀਂ ਮੰਨੋਗੇ, ਇਹ ਪ੍ਰਗਟ ਰੂਪ ਵਿੱਚ ਤੁਹਾਡਾ ਸਾਥ ਛੱਡ ਜਾਣਗੇ। ਘਰ ਵਾਲੇ ਵੀ ਸਾਰੇ ਛੱਡ ਜਾਣਗੇ। ਜਿੱਥੇ ਕਿੱਥੇ ਹੋ ਕੇ ਪ੍ਰਾਣ ਬਚਾਉਣਗੇ। ਫਿਰ ਇਕੱਲੇ ਰਹਿ ਕੇ ਕੀ ਕਰੋਗੇ? ਸਾਰਿਆਂ ਨੂੰ ਆਪਣੇ ਪ੍ਰਾਣ ਪਿਆਰੇ ਹਨ। ਸਿੰਘਾਂ ਪਾਸੋਂ ਅਤੇ ਮਾਤਾ ਜੀ ਦੇ ਵਚਨ ਸੁਣ ਕੇ ਗੁਰੂ ਜੀ ਪ੍ਰਗਟ ਰੂਪ ਵਿੱਚ ਕਹਿਣ ਲੱਗੇ, ਜਿਹੜਾ ਹੁਣ ਨਿਕਲੇਗਾ ਉਹ ਬਚੇਗਾ ਨਹੀਂ। ਇਸ ਵਿੱਚ ਸਾਡਾ ਕੋਈ ਦੋਸ਼ ਨਾ ਸਮਝੋ। ਜਿੱਥੇ ਕਿੱਥੇ ਇਹੋ ਪ੍ਰਸੰਗ ਫੈਲੇਗਾ, ਸਾਰੇ ਜੰਗ ਵਿੱਚ ਮਾਰੇ ਗਏ। ਸੁਣ ਕੇ ਹੈਰਾਨ ਹੋਵੋਗੇ। ਫਿਰ ਵਿਚਾਰੋਗੇ ਕਿ ਸਤਿਗੁਰੂ ਜੀ ਸਾਡੇ ਉਲਟ ਕਿਵੇਂ ਹੋ ਗਏ ਹਨ। ਸਤਿਗੁਰੂ ਜੀ ਸਾਡੇ ਰਖਵਾਲੇ ਕਿਉਂ ਨਹੀਂ ਬਣੇ ਹਨ, ਜਿਹੜੇ ਸਦਾ ਹੀ ਸਾਡੇ ਸੰਗੀ ਰਹਿਣਹਾਰੇ ਹਨ। ਇਸ ਕਰਕੇ ਸਾਰੇ ਵਿਦਾਵਾ ਲਿਖ ਲਿਖ ਕੇ ਚਲੇ ਜਾਓ, ਜਿਸ ਜਿਸ ਦੇ ਮਨ ਨੂੰ ਚੰਗਾ ਲੱਗਦਾ ਹੈ। ਜੇ ਸਾਡੀ ਆਗਿਆ ਅਨੁਸਾਰ ਹੋਵੋਗੇ ਤਾਂ ਤੁਹਾਡੀ ਚਿੱਤ ਚਾਹੀ ਰਖਵਾਲੀ ਕਰਾਂਗੇ। ਅਕਾਲ ਪੁਰਖ ਪ੍ਰਭੂ ਜੀ ਤੁਹਾਡੇ ਸਹਾਇਕ ਬਣਨਗੇ, ਵੈਰੀ ਪਾਸੋਂ ਹੱਥ ਦੇ ਕੇ ਬਚਾਉਣਗੇ। ਦੋਵਾਂ ਗੱਲਾਂ ਵਿੱਚੋਂ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਉਸ ਤਰ੍ਹਾਂ ਹੀ ਕਰੋ, ਤੁਹਾਨੂੰ ਕੋਈ ਵੀ ਅਟਕਾਵੇਗਾ ਨਹੀਂ। ਮਾਤਾ ਜੀ ਦਾ ਗੁੱਸਾ ਸਹੀ ਸਮਝ ਕੇ ਗੁਰੂ ਜੀ ਨੇ ਸਨੇਹ ਰਹਿਤ ਬਚਨ ਕਹੇ। ਮਾਤਾ ਜੀ ਕਸ਼ਟ ਕਰਕੇ ਬਹੁਤ ਵਿਆਕੁਲ ਹੋ ਗਏ ਹਨ। ਕੀ ਕਰ ਸਕਦੇ ਹਨ? ਕੋਈ ਵੀ ਗੱਲ ਕਹੀ ਨਹੀਂ ਜਾਂਦੀ ਹੈ। ਪਿਆਰੇ ਸਪੁੱਤਰ ਨੂੰ ਕਿਵੇਂ ਛੱਡ ਸਕਦੇ ਹਨ? ਨਹੀਂ ਛੱਡ ਸਕਦੇ। ਜਾਣਦੇ ਹਨ ਅਸੀਂ ਮਰ ਜਾਵਾਂਗੇ। ਉਸ ਪ੍ਰਕਾਰ ਦੀ ਦੁਵਿਧਾ ਸਿੰਘਾਂ ਵਿੱਚ ਵਿਆਪਕ ਹੋਈ ਹੈ। ਪ੍ਰਣ ਕੀਤਾ ਸੀ ਕਿ ਗੁਰੂ ਜੀ ਨੂੰ ਕਦੇ ਵੀ ਨਹੀਂ ਛੱਡਾਂਗੇ। ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ। ਇਹ ਸਤਿਗੁਰੂ ਪਾਸ ਕਿਵੇਂ ਲਿਖਿਆ ਜਾ ਸਕਦਾ ਹੈ? ਚਿੱਤ ਵਿੱਚ ਸੋਚਣ ਵਾਸਤੇ ਸਾਰੇ ਸੋਚਦੇ ਹਨ, ਪਰ ਦੁਵਿਧਾ ਧਾਰ ਕੇ ਕੁਝ ਵੀ ਕਰ ਨਹੀਂ ਸਕਦੇ ਹਨ। ਸਾਰੇ ਸ਼ਾਹੀ ਅਤੇ ਰਾਜਿਆਂ ਦੇ ਦੂਤ ਚਲੇ ਗਏ ਅਤੇ ਸਾਰਿਆਂ ਨੂੰ ਜਾ ਕੇ ਕਹਿਣ ਲੱਗੇ, ਸਤਿਗੁਰੂ ਜੀ ਨੇ ਯੁੱਧ ਵਾਸਤੇ ਹੱਠ ਧਾਰਨ ਕੀਤਾ ਹੈ। ਫਿਰ ਵੀ ਇੱਕ ਪ੍ਰਕਾਰ ਗੱਲ ਬਣ ਸਕਦੀ ਹੈ ਜੇ ਮਾਤਾ ਜੀ ਨੂੰ ਅਸੀਂ ਫਿਰ ਸਮਝਾਈਏ, ਰਾਜਿਆਂ ਵਾਲੇ ਪਾਸੇ ਤੋਂ ਉਹਨਾਂ ਨੂੰ ਬੇਨਤੀ ਕਰੀਏ, ਜਿਸ ਕਿਸ ਵਿਧੀ ਨਾਲ ਉਹਨਾਂ ਨੂੰ ਭਰੋਸਾ ਦਈਏ। ਉਹ ਆਪਣੇ ਪੁੱਤਰ ਨੂੰ ਸਮਝਾਉਣ, ਜਿਵੇਂ ਕਿਵੇਂ ਕਰਕੇ ਕਿਲ੍ਹੇ ਵਿੱਚੋਂ ਬਾਹਰ ਨਿਕਲਣਾ ਮਨਾਉਣ। ਜੇ ਆਪਣੇ ਮਾਤਾ ਜੀ ਦਾ ਕਹਿਆ ਨਹੀਂ ਮੰਨਣਗੇ ਤਦ ਇਸ ਤਰ੍ਹਾਂ ਗੱਲ ਹੋਵੇਗੀ, ਇਹ ਅਸੀਂ ਜਾਣਦੇ ਹਾਂ। ਪੋਤਰੇ ਆਦਿ ਗੁਰੂ ਦਾ ਪਰਿਵਾਰ ਆਗਿਆ ਤੋਂ ਬਗੈਰ ਬਾਹਰ ਨਿਕਲ ਜਾਣਗੇ। ਇਸ ਪ੍ਰਕਾਰ ਗੁਰੂ ਘਰ ਵਿੱਚ ਫੁੱਟ ਪੈ ਜਾਏਗੀ। ਉਹ ਫਿਰ ਹਿਰਦੇ ਵਿੱਚ ਆਪਣੇ ਆਪ ਨੂੰ ਇਕੱਲਾ ਸਮਝਣਗੇ। ਫਿਰ ਆਪ ਵੀ ਨਿਕਲ ਜਾਣਗੇ, ਠਹਿਰਨਗੇ ਨਹੀਂ, ਜੰਗ ਛੱਡ ਦੇਣਗੇ। ਭੀਮ ਚੰਦ ਅਤੇ ਖਵਾਜਾ ਮਰਦੂਤ ਨੇ ਉਹਨਾਂ ਦੂਤਾਂ ਨੂੰ ਕਿਹਾ ਜਿਹੜੇ ਉੱਥੇ ਮੌਜੂਦ ਸਨ, ਇਹ ਤੁਸੀਂ ਚੰਗੀ ਨੀਤੀ ਵਿਚਾਰੀ ਹੈ। ਇਹ ਯਤਨ ਕਰੋ, ਇਹ ਵੱਡੇ ਬੁੱਧੀਮਾਨਾਂ ਵਾਲੀ ਗੱਲ ਹੈ। ਕਹਿਲੂਰੀ ਭੀਮ ਚੰਦ ਨੇ ਕਿਹਾ, ਮੇਰਾ ਨਾਮ ਲਓ ਅਤੇ ਮਾਤਾ ਜੀ ਦੇ ਚਰਨਾਂ 'ਤੇ ਪ੍ਰਣਾਮ ਕਰੋ। ਜਿਵੇਂ ਅਸੀਂ ਧਰਮ ਕਰਾਂਗੇ ਉਸ ਪ੍ਰਕਾਰ ਕਹਿ ਦਿਓ। ਇੱਕ ਵਾਰ ਨਗਰ ਛੱਡ ਦੇਣ, ਧਨ ਆਦਿ ਭਾਰੀ ਸਮੱਗਰੀ ਸਾਰੀ ਚੰਗੀ ਤਰ੍ਹਾਂ ਸੰਭਾਲ ਲੈਣ। ਮੈਂ ਤੁਹਾਡੇ ਨਾਲ ਹੋ ਕੇ ਜਾਵਾਂਗਾ ਅਤੇ ਕਹਾਂਗਾ ਕਿ ਮੈਂ ਤੁਹਾਡੇ ਸਾਰੇ ਸੈਨਾ ਦਲ ਲੰਘਾ ਦਿਆਂਗਾ। ਫਿਰ ਜਿੱਥੇ ਮਰਜ਼ੀ ਹੈ ਉੱਥੇ ਚਲੇ ਜਾਓ। ਲਸ਼ਕਰ ਪੈਣ 'ਤੇ ਮੈਨੂੰ ਬਹੁਤ ਦੁੱਖ ਹੋਵੇਗਾ। ਪਹਾੜੀਆਂ ਦਾ ਦੇਸ਼ ਤਬਾਹ ਹੋ ਗਿਆ ਹੈ, ਸਾਰੀ ਪ੍ਰਜਾ ਉੱਜੜ ਗਈ ਹੈ। ਹੁਣ ਖੇਤੀ ਦੀ ਪੂੰਜੀ ਕਿੱਥੇ ਹੈ? ਇਸ ਕਰਕੇ ਮੈਂ ਇਹ ਝਗੜਾ ਮੁਕਾਉਣਾ ਚਾਹੁੰਦਾ ਹਾਂ। ਮੇਰਾ ਇਹ ਬਚਨ ਬੇਨਤੀ ਸਹਿਤ ਮੰਨੋ। ਉੱਧਰ ਬਾਦਸ਼ਾਹ ਨੇ ਬਹੁਤ ਲਿਖ ਕੇ ਭੇਜਿਆ ਹੈ, ਸਨੇਹ ਕਰਕੇ ਮਿਲਣ ਵਾਸਤੇ ਬੁਲਾਇਆ ਹੈ। ਇਸ ਪ੍ਰਕਾਰ ਭੀਮ ਚੰਦ ਨੇ ਦੂਤਾਂ ਨੂੰ ਕਹਿ ਕੇ ਮਾਤਾ ਜੀ ਦੇ ਪਾਸ ਭੇਜਿਆ, ਜਿਸ ਪ੍ਰਕਾਰ ਮਰਜ਼ੀ ਨਾਲ ਬਾਹਰ ਨਿਕਲ ਜਾਣ। ਪਹਿਲਾਂ ਸਾਰੇ ਗੁਰੂ ਜੀ ਦੇ ਪਾਸ ਆਏ, ਹੱਥ ਜੋੜ ਕੇ ਸਿਰ ਨਿਵਾਏ, ਬੈਠ ਕੇ ਬ੍ਰਿਤਾਂਤ ਕਿਹਾ, ਹੇ ਸਤਿਗੁਰੂ ਜੀ, ਤੁਸੀਂ ਮਹਾਨ ਚਤੁਰ ਹੋ। ਸਾਰੇ ਉਮਰਾਵ ਅਤੇ ਪਹਾੜੀ ਰਾਜਿਆਂ ਨੇ ਇੱਕ ਸਥਾਨ 'ਤੇ ਇਕੱਠੇ ਹੋ ਕੇ ਇਹ ਸਲਾਹ ਕੀਤੀ ਹੈ
ਤੇ ਬਾਦਸ਼ਾਹ ਨੇ ਵੀ ਲਿਖ ਕੇ ਤਾਕੀਦ ਕੀਤੀ ਹੈ। ਆਪ ਜੀ ਨਾਲ ਬੋਲਣ ਲਈ ਲਲਚਾਏ ਹਨ। ਕਈ ਪ੍ਰਕਾਰ ਦੇ ਤੁਹਾਡੇ ਗੁਣ ਸੁਣੇ ਹਨ। ਆਪ ਆਉਣਗੇ ਜਾਂ ਬੁਲਾ ਲੈਣਗੇ। ਬਾਦਸ਼ਾਹ ਆਪ ਜੀ ਨੂੰ ਇੰਨਾ ਚਾਹੁੰਦੇ ਹਨ, ਹੋਰ ਵਿਚਾਰੇ ਕੀ ਕਰ ਸਕਦੇ ਹਨ। ਜੰਗ ਛੱਡੋ, ਇਹ ਚੰਗੀ ਗੱਲ ਨਹੀਂ। ਇੱਕ ਵਾਰ ਕਿਲ੍ਹਾ ਛੱਡ ਕੇ ਚਲੇ ਜਾਓ, ਫਿਰ ਜਿੱਥੇ ਤੁਹਾਡੀ ਇੱਛਾ ਹੈ ਉੱਥੇ ਚਲੇ ਜਾਣਾ। ਉਹਨਾਂ ਦੀ ਕਹੀ ਹੋਈ ਗੱਲ ਸਤਿਗੁਰੂ ਜੀ ਨੇ ਨਾ ਮੰਨੀ ਤੇ ਕਹਿਣ ਲੱਗੇ, ਤੁਸੀਂ ਸਭ ਝੂਠ ਬੋਲਦੇ ਹੋ। ਜਿਹੜੇ ਨਿਤ ਪੱਥਰਾਂ ਦੀ ਪੂਜਾ ਕਰਦੇ ਹਨ, ਉਹਨਾਂ ਦੀ ਬੁੱਧੀ ਵੀ ਪੱਥਰਾਂ ਵਰਗੀ ਹੋ ਗਈ ਹੈ। ਹੋਰ ਨੌਰੰਗੇ ਦਾ ਕੀ ਵਿਸ਼ਵਾਸ ਹੈ। ਰਾਜ ਪ੍ਰਾਪਤ ਕਰਨ ਲਈ ਉਸਨੇ ਆਪਣੇ ਪਿਤਾ ਨੂੰ ਮਾਰ ਦਿੱਤਾ ਸੀ। ਵੱਡਾ ਭਰਾ ਦਾਰਾਸ਼ਕੋ, ਜਿਹੜਾ ਸਤਸੰਗੀ ਸੀ, ਉਸ ਨਾਲ ਵੀ ਵੱਡਾ ਧਰੋਹ ਕੀਤਾ ਸੀ, ਉਸ ਨੂੰ ਮਾਰ ਦਿੱਤਾ। ਕੁਝ ਵੀ ਦੇਰ ਨਾ ਕੀਤੀ। ਉਸ ਤਰ੍ਹਾਂ ਹੀ ਦੂਸਰੇ 2 ਭਰਾਵਾਂ ਨਾਲ ਕੀਤਾ। ਹੁਣ ਅਸੀਂ ਉਸ ਦੇ ਵਾਅਦੇ ਨੂੰ ਕੀ ਜਾਣੀਏ, ਜਿਸ ਨੇ ਦੌਲਤ ਨੂੰ ਹੀ ਖੁਦਾ ਕਰਕੇ ਮੰਨਿਆ ਹੈ। ਇਸ ਪ੍ਰਕਾਰ ਸਤਿਗੁਰੂ ਜੀ ਨੇ ਸੁਣਾਇਆ। ਫਿਰ ਉੱਠ ਕੇ ਉੱਥੇ ਚਲੇ ਗਏ ਜਿੱਥੇ ਮਾਤਾ ਜੀ ਬੈਠੇ ਸਨ। ਭੇਦ ਦੰਡ ਦੋਹਾਂ ਭਾਵਾਂ ਨਾਲ ਮਿਲਾ ਕੇ ਗੱਲਾਂ ਕਰਕੇ ਮਾਤਾ ਜੀ ਨੂੰ ਸਮਝਾਉਣ ਲੱਗੇ। ਕਹਿਣ ਲੱਗੇ, ਹੇ ਮਾਤਾ ਜੀ, ਇਹ ਗੱਲ ਪ੍ਰਗਟ ਹੈ, ਰਾਜੇ ਉਮਰਾਵ ਸਾਰੇ ਸੌਹਾਂ ਖਾਂਦੇ ਹਨ ਜਿਵੇਂ ਮਨ ਮੰਨਦਾ ਹੈ। ਉਸ ਤਰ੍ਹਾਂ ਹੀ ਉਹਨਾਂ ਪਾਸੋਂ ਧਰਮ ਕਰਵਾ ਭਾਵ ਸਹੁੰ ਚੁਕਵਾ ਲਓ। ਉਹਨਾਂ ਉੱਤੇ ਆਪਣਾ ਭਰੋਸਾ ਟਿਕਾਓ। ਬਾਹਰ ਨਿਕਲੋ, ਕਿਸੇ ਪ੍ਰਕਾਰ ਦਾ ਵੀ ਡਰ ਨਾ ਮੰਨੋ। ਆਪਣਾ ਬਾਕੀ ਸਾਰਾ ਪਰਿਵਾਰ ਬਚਾ ਲਓ। ਇੱਥੇ ਰਹਿਣ ਨਾਲ ਕਿਹੜਾ ਕਾਰਜ ਸਰ ਜਾਏਗਾ। ਜੇ ਬਾਹਰ ਨਿਕਲ ਜਾਓਗੇ ਤਾਂ ਤੁਹਾਡਾ ਕੀ ਵਿਗੜ ਜਾਏਗਾ। ਜਿੱਥੇ ਕਿੱਥੇ ਗੁਰੂ ਜੀ ਦੀ ਸੰਗਤ ਹੈ, ਜਿੱਥੇ ਵੀ ਬੈਠ ਜਾਣਗੇ ਉੱਥੇ ਹੀ ਬਹੁਤ ਸੰਗਤ ਆਏਗੀ। ਤੁਹਾਡਾ ਇਹ ਨਗਰ ਸਦਾ ਹੀ ਰਹੇਗਾ। ਹੁਣ ਨਿਕਲ ਕੇ ਰੌਲਾ ਖਤਮ ਕਰ ਦਿਓ। ਲੱਖਾਂ ਲੋਕ ਬਾਹਰ ਪ੍ਰਸੰਨ ਹੋਣਗੇ। ਤੁਹਾਡੀ ਸਿੱਖ ਸੰਗਤ ਸੁੱਖ ਪਾਏਗੀ। ਫਜ਼ੂਲ ਵਿੱਚ ਇਹਨਾਂ ਨੇ ਇਹ ਬਖੇੜਾ ਖੜਾ ਕੀਤਾ ਹੈ। ਹੇ ਮਾਤਾ ਜੀ, ਤੁਸੀਂ ਇਸ ਨੂੰ ਇੱਕ ਵਾਰ ਮਿਟਾ ਦਿਓ। ਪਹਿਲਾਂ ਆਪਣੇ ਗੁਰੂ ਪੁੱਤਰ ਨੂੰ ਸਮਝਾਓ। ਜਿਵੇਂ ਵੀ ਮੰਨੇ ਉਸ ਪ੍ਰਕਾਰ ਹੀ ਮਨਵਾ ਲਓ। ਜੇ ਤੁਹਾਡੇ ਪ੍ਰੇਰਿਆਂ ਵੀ ਨਾ ਪ੍ਰੇਰੇ ਜਾਣ, ਕਿਉਂਕਿ ਉਹਨਾਂ ਦਾ ਸੁਭਾਅ ਬਹੁਤ ਕਰੜਾ ਹੈ, ਤਾਂ ਤੁਸੀਂ ਆਪਣੇ ਜਾਣ ਦੀ ਤਿਆਰੀ ਕਰੋ। ਮਾਲਵੇ ਦੇਸ਼ ਦੇ ਰਸਤੇ ਪੈ ਜਾਓ। ਬਾਅਦ ਵਿੱਚ ਉਹ ਆਪੇ ਨਿਕਲ ਕੇ ਆ ਜਾਣਗੇ ਜਾਂ ਤੁਹਾਡੇ ਨਾਲ ਹੀ ਆ ਮਿਲਣਗੇ। ਵਧਿਆ ਹੋਇਆ ਬਿਖੇੜਾ ਇਸ ਪ੍ਰਕਾਰ ਥੋੜ੍ਹਾ ਹੋ ਜਾਏਗਾ। ਜੇ ਨਹੀਂ ਮੰਨਣਗੇ ਤਾਂ ਘੋਰ ਯੁੱਧ ਹੋਵੇਗਾ। ਦੂਤਾਂ ਨੇ ਇਸ ਪ੍ਰਕਾਰ ਮਾਤਾ ਗੁਜਰੀ ਜੀ ਨੂੰ ਸਮਝਾਇਆ। ਜਿਵੇਂ ਕਿਵੇਂ ਕਰਕੇ ਨਿਕਲਣ ਵਾਸਤੇ ਮਨਵਾ ਲਿਆ। ਫਿਰ ਮਾਤਾ ਜੀ ਨੇ ਕਿਹਾ, ਤੁਸੀਂ ਹੁਣ ਜਾਓ ਤੇ ਧਰਮ ਈਮਾਨ ਦੋਵੇਂ ਲੈ ਕੇ ਆਓ। ਮੈਂ ਪੁੱਤਰ ਨੂੰ ਸਮਝਾ ਕੇ ਵਿਖਾ ਦੇਵਾਂਗੀ ਤੇ ਧਰਮ ਈਮਾਨ ਵੇਖਦਿਆਂ ਹੀ ਉਹਨਾਂ ਦੇ ਹਿਰਦੇ ਵਿੱਚ ਪ੍ਰਤੀਤ ਪ੍ਰਗਟ ਕਰਾਂਗੀ। ਬ੍ਰਾਹਮਣ ਠਾਕੁਰ ਅਤੇ ਗਊ ਲਿਆਓ ਤੇ ਸਹੁੰ ਚੁੱਕਣ ਵਾਸਤੇ ਪਹਾੜੀ ਰਾਜੇ ਭੇਜਣ। ਬਾਦਸ਼ਾਹ ਵਾਲੇ ਪਾਸੇ ਤੋਂ ਸੈਯਦ ਆਵੇ, ਸੁਗੰਧ ਸਹਿਤ ਉਹ ਕੁਰਾਨ ਸਿਰ ਉੱਤੇ ਚੁੱਕੇ। ਚੰਗੀ ਗੱਲ ਹੈ ਮਾਤਾ ਜੀ, ਅਸੀਂ ਚੱਲਦੇ ਹਾਂ। ਜਿਵੇਂ ਤੁਸੀਂ ਕਿਹਾ ਹੈ ਉਸ ਤਰ੍ਹਾਂ ਹੀ ਲੈ ਆਉਂਦੇ ਹਾਂ। ਇਹ ਕਹਿ ਕੇ ਦੂਤ ਬਾਹਰ ਚਲੇ ਗਏ ਤੇ ਰਾਜਾ ਨੂੰ ਜਾ ਕੇ ਸਾਰਾ ਪ੍ਰਸੰਗ ਸੁਣਾਉਣ ਲੱਗੇ। ਸੋ ਸਾਧ ਸੰਗਤ ਜੀ, ਇੱਥੇ 6ਵੀਂ ਰੁੱਤ ਦਾ 28ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।